ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਅਮਰੀਕਾ ਦੇ ਸਾਰੇ ਬਾਲਗ ਹੁਣ ਲਗਵਾ ਸਕਦੇ ਹਨ ਕਰੋਨਾ ਵਾਇਰਸ ਵੈਕਸੀਨ। ਕੈਲੀਫੋਰਨੀਆ ਵਿੱਚ 10 ਮਿਲੀਅਨ ਲੋਕਾਂ ਨੂੰ ਲੱਗੀ ਕਰੋਨਾ ਦੀ ਪੂਰੀ ਵੈਕਸੀਨ। ਜਾਰਜ ਫਲਾਇਡ ਮਾਮਲਾ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ, ਬਾਈਡਨ ਨੇ ਫੈਸਲੇ ਦਾ ਕੀਤਾ ਸਵਾਗਤ। ਸਿੱਖਾਂ ਵੱਲੋਂ ਫਲਾਇਡ ਦੀ ਹੱਤਿਆ ਤੇ ਅਦਾਲਤੀ ਫੈਸਲੇ ਦਾ ਸਵਾਗਤ। ਸ਼੍ਰੀ ਨੇ ਅਮਰੀਕਾ ਤੇ ਵਿੰਨਿਆ ਨਿਸ਼ਾਨਾ ਕਿਹਾ, ਦੂਜਿਆਂ ਦੇ ਅੰਦਰੂਨੀ ਮਾਮਲਿਆਂ 'ਚ ਨਹੀਂ ਚੱਲੇਗੀ ਦਖਲਅੰਦਾਜ਼ੀ। ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਵਾਲਟਰ ਮੋਂਡੇਲ ਦਾ 93 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਸਾਰੇ 50 ਰਾਜਾਂ ਦੇ ਨਾਲ-ਨਾਲ ਡਿਸਟ੍ਰਿਕਟ ਆਫ ਕੋਲੰਬੀਆ ਅਤੇ ਪੋਰਟੋ ਰੀਕੋ ਵਿੱਚ ਅਮਰੀਕੀ ਬਾਲਗ ਹੁਣ 19 ਅਪ੍ਰੈਲ ਤੋਂ ਰਾਸ਼ਟਰਪਤੀ ਬਾਈਡਨ ਦੇ ਟੀਚੇ ਨੂੰ ਪੂਰਾ ਕਰਦਿਆਂ ਕਰੋਨਾ ਵਾਇਰਸ ਟੀਕੇ ਦੇ ਯੋਗ ਹੋ ਗਏ ਨੇ। ਜੋ ਬਾਈਡਨ ਨੇ ਇਸ ਮਹੀਨੇ ਦੇ ਆਰੰਭ ਵਿੱਚ ਸਾਰੇ ਬਾਲਗਾਂ ਨੂੰ ਟੀਕੇ ਲਈ ਯੋਗ ਕਰਨ ਲਈ 19 ਅਪ੍ਰੈਲ ਦਾ ਟੀਚਾ ਤੈਅ ਕੀਤਾ ਸੀ। ਹਾਲਾਂਕਿ ਬਹੁਤ ਸਾਰੇ ਰਾਜਾਂ ਨੇ ਪਹਿਲਾਂ ਹੀ ਸਾਰੇ ਬਾਲਗਾਂ ਲਈ ਯੋਗਤਾ ਦਾ ਵਿਸਤਾਰ ਕਰ ਦਿੱਤਾ ਸੀ। ਇਸ ਦੇ ਇਲਾਵਾ ਜੋ ਬਾਈਡਨ ਦੇ ਆਪਣੇ ਦਫ਼ਤਰ ਦੇ 100ਵੇਂ ਦਿਨ 200 ਮਿਲੀਅਨ ਸ਼ਾਟ ਪ੍ਰਦਾਨ ਕਰਨ ਦੇ ਟੀਚੇ ਦੇ ਨੇੜੇ ਹੈ। ਵਾਈਟ ਹਾਊਸ ਦੇ ਕਰੋਨਾ ਦੇ ਸੀਨੀਅਰ ਸਲਾਹਕਾਰ ਐਂਡੀ ਸਲੈਵਿਟ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਤੁਸੀਂ ਬਾਲਗ ਹੋ ਤਾਂ ਹੁਣ ਟੀਕਾ ਲਗਵਾਉਣ ਦੀ ਵਾਰੀ ਤੁਹਾਡੀ ਹੈ। ਦੇਸ਼ ਵਿੱਚ 50% ਤੋਂ ਵੱਧ ਬਾਲਗਾਂ ਨੇ ਘੱਟੋ-ਘੱਟ ਇੱਕ ਸ਼ਾਟ ਪ੍ਰਾਪਤ ਕੀਤਾ ਹੈ ਅਤੇ ਕਰਮਚਾਰੀਆਂ ਨੂੰ ਸ਼ਾਟ ਲਗਵਾਉਣ ਦੀ ਮੰਗ ਸਪਲਾਈ ਦੇ ਬਾਹਰ ਚਲੀ ਗਈ ਹੈ। ਪਰ ਹੁਣ ਸਿਹਤ ਮਾਹਿਰਾਂ ਅਨੁਸਾਰ ਜਲਦੀ ਹੀ ਟੀਕਾ ਲਗਵਾਉਣ ਲਈ ਹਿਚਕਿਚਾਉਣਾ ਇਸ ਦੀ ਸਪਲਾਈ ਨਾਲੋਂ ਵੱਡੀ ਸਮੱਸਿਆ ਹੋਵੇਗੀ। ਬਾਈਡਨ ਪ੍ਰਸ਼ਾਸਨ ਹਿਚਕਿਚਾਉਣ ਵਾਲੇ ਅਮਰੀਕੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਲਈ ਖਾਸ ਕਮਿਊਨਿਟੀਆਂ ਦੇ ਨੇਤਾਵਾਂ ਨਾਲ ਕੰਮ ਕਰਕੇ ਟੀਕੇ ਦੀ ਝਿਜਕ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਟੀਕਾਕਰਨ ਦੀ ਗਤੀ ਨੂੰ ਮਹੱਤਵਪੂਰਨ ਢੰਗ ਨਾਲ ਤੇਜ਼ ਕੀਤਾ ਹੈ, ਪਰ ਰੋਗ ਨਿਯੰਤਰਣ ਦੇ ਨਿਰਦੇਸ਼ਕ ਰੋਚੇਲ ਵਾਲੈਂਸਕੀ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਦੇਸ਼ ਦੀ ਮਹਾਮਾਰੀ ਦੇ ਇੱਕ ਗੁੰਝਲਦਾਰ ਪੜਾਅ ਵਿੱਚ ਹੈ, ਕਿਉਂਕਿ ਕੁਝ ਖੇਤਰਾਂ ਵਿੱਚ ਅਜੇ ਵੀ ਕੇਸਾਂ ਅਤੇ ਹਸਪਤਾਲਾਂ ਵਿੱਚ ਦਾਖਲੇ ਵੱਧ ਰਹੇ ਨੇ ਅਤੇ ਵਾਇਰਸ ਦੇ ਰੂਪਾਂਤਰਾਂ ਦਾ ਫੈਲਣਾ ਜਾਰੀ ਹੈ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨੇ ਪਿਛਲੇ ਹਫ਼ਤੇ ਦੇ ਅਖੀਰ ਵਿੱਚ 10 ਮਿਲੀਅਨ ਲੋਕਾਂ ਨੂੰ ਕੋਰੋਨਾ ਦੀ ਪੂਰੀ ਵੈਕਸੀਨ ਲੱਗੀ ਹੈ, ਜੋ ਕਿ ਰਾਜ ਦੀ ਆਬਾਦੀ ਦਾ 1/4 ਹਿੱਸਾ ਦਰਸਾਉਂਦਾ ਹੈ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੈਲੀਫੋਰਨੀਆ ਦੇ ਪ੍ਰਦਾਤਾਵਾਂ ਨੇ ਤਕਰੀਬਨ 25,79,401 ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਹਨ ਅਤੇ ਇਹ 31.6 ਮਿਲੀਅਨ ਦਾ 82% ਹੈ ਜੋ ਨਿਰਮਾਤਾਵਾਂ ਦੁਆਰਾ ਪ੍ਰਦਾਨ ਕੀਤਾ ਗਿਆ। ਇਸ ਦੇ ਇਲਾਵਾ ਜੌਨਸਨ ਐਂਡ ਜੌਨਸਨ ਦੇ ਇੱਕੋ ਖੁਰਾਕ ਵਾਲੇ ਟੀਕੇ ਤੇ ਰੋਕ ਬਣੀ ਹੋਈ ਹੈ, ਕਿਉਂਕਿ ਅਮਰੀਕਾ ਦੀਆਂ ਸਿਹਤ ਏਜੰਸੀਆਂ ਇਸ ਸੰਬੰਧੀ ਖੂਨ ਦੇ ਜੰਮ ਜਾਣ ਦੇ ਕੇਸਾਂ ਦੀ ਜਾਂਚ ਕਰ ਰਹੀਆਂ ਨੇ। ਅਮਰੀਕਾ ਵਿੱਚ ਗੈਰ ਗੋਰੇ ਸ਼ਖਸ ਜਾਰਜ ਫਲਾਇਡ ਦੀ ਹੱਤਿਆ ਦੇ ਦੋਸ਼ੀ ਪੁਲਿਸ ਕਰਮੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਵਾਸ਼ਿੰਗਟਨ ਦੀ ਹੈਨੇਪਿਨ ਕਾਉਂਟੀ ਅਦਾਲਤ ਦੀ ਜੂਰੀ ਨੇ 10 ਘੰਟੇ ਦੀ ਲੰਬੀ ਚਰਚਾ ਦੇ ਬਾਅਦ ਦੋਸ਼ੀ ਪੁਲਿਸ ਕਰਮੀ ਡੇਰੇਕ ਚਾਉਵਿਨ ਨੂੰ ਸਾਰੇ 3 ਮਾਮਲਿਆਂ ਵਿੱਚ ਦੋਸ਼ੀ ਪਾਇਆ। ਜੂਰੀ ਨੇ ਡੇਰੇਕ ਚਾਉਵਿਨ ਨੂੰ ਗੈਰ ਇਰਾਦਤਨ ਹੱਤਿਆ, ਤੀਜੇ ਦਰਜੇ ਦੀ ਹੱਤਿਆ ਅਤੇ ਦੂਜੇ ਦਰਜੇ ਦੀ ਬੇਰਹਿਮੀ ਹੱਤਿਆ ਦਾ ਦੋਸ਼ੀ ਮੰਨਿਆ ਹੈ। ਅਮਰੀਕੀ ਕਾਨੂੰਨ ਮੁਤਾਬਕ ਦੂਜੇ ਦਰਜੇ ਦੀ ਗੈਰ ਇਰਾਦਤਨ ਹੱਤਿਆ ਵਿੱਚ ਵੱਧ ਤੋਂ ਵੱਧ 40 ਸਾਲ ਦੀ ਸਜ਼ਾ, ਤੀਜੇ ਦਰਜੇ ਦੀ ਹੱਤਿਆ ਵਿੱਚ 25 ਸਾਲ ਦੀ ਸਜ਼ਾ ਅਤੇ ਦੂਜੇ ਦਰਜੇ ਦੀ ਬੇਰਹਿਮੀ ਵਾਲੀ ਹੱਤਿਆ ਵਿੱਚ 10 ਸਾਲ ਦੀ ਸਜ਼ਾ ਜਾਂ $20,000 ਜੁਰਮਾਨੇ ਦੀ ਵਿਵਸਥਾ ਹੈ। ਅਜਿਹੇ ਵਿੱਚ ਦੋਸ਼ੀ ਪੁਲਿਸ ਕਰਮੀ ਡੇਰੇਕ ਚਾਉਵਿਨ ਨੂੰ ਜੇਲ੍ਹ ਵਿੱਚ 75 ਸਾਲ ਬਿਤਾਉਣੇ ਪੈ ਸਕਦੇ ਨੇ, ਭਾਵੇਂ ਕਿ ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਕਿ ਸਾਰੀਆਂ ਸਜ਼ਾ ਇਕੱਠੀਆਂ ਚੱਲਣਗੀਆਂ ਜਾਂ ਫਿਰ ਵੱਖੋ-ਵੱਖ। ਅਦਾਲਤ ਵਿੱਚ ਫੈਸਲੇ ਦੇ ਸਮੇਂ ਡੇਰੇਕ ਚਾਉਵਿਨ ਨੂੰ ਹੱਥਕੜੀ ਦੇ ਨਾਲ ਪੇਸ਼ ਕੀਤਾ ਗਿਆ ਸੀ। ਦੋਸ਼ੀ ਪਾਏ ਜਾਣ ਦੇ ਬਾਅਦ ਉਸ ਨੂੰ ਮੰਗਲਵਾਰ ਰਾਤ ਮਿਨੇਸੋਟਾ ਦੀ ਇੱਕੋ ਇੱਕ ਸੁਰੱਖਿਆ ਜੇਲ੍ਹ ਓਕ ਪਾਰਕ ਹਾਈਟਸ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜੇਕਰ ਉਸ ਦੀ ਸਾਰੀ ਸਜ਼ਾ ਇਕੱਠੇ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਘੱਟੋ-ਘੱਟ 12.5 ਸਾਲ ਅਤੇ ਵੱਧ ਤੋਂ ਵੱਧ 40 ਸਾਲ ਬਿਤਾਉਣੇ ਪੈ ਸਕਦੇ ਨੇ। ਅਦਾਲਤ ਤੇ ਇਸ ਫੈਸਲੇ ਦਾ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ, ਇਹ ਫੈਸਲਾ ਜਾਰਜ ਨੂੰ ਵਾਪਸ ਨਹੀਂ ਲਿਆ ਸਕਦਾ, ਪਰ ਇਸ ਤੋਂ ਸਾਨੂੰ ਇਹ ਪਤਾ ਚੱਲੇਗਾ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ। ਉਸਦੇ ਅਖੀਰੀ ਸ਼ਬਦ ਸਨ, ਮੈਂ ਸਾਹ ਨਹੀਂ ਲੈ ਸਕਦਾ, ਅਸੀਂ ਇਹਨਾਂ ਸ਼ਬਦਾਂ ਨੂੰ ਮਰਨ ਨਹੀਂ ਦੇ ਸਕਦੇ, ਸਾਨੂੰ ਇਹਨਾਂ ਨੂੰ ਸੁਣਨਾ ਹੋਵੇਗਾ, ਅਸੀਂ ਇਸ ਤੋਂ ਭੱਜ ਨਹੀਂ ਸਕਦੇ। ਜਾਰਜ ਫਲਾਇਡ ਦੀ ਹੱਤਿਆ ਦੇ ਕੇਸ ਵਿੱਚ ਦੋਸ਼ੀ ਘੋਸ਼ਿਤ ਕੀਤੇ ਜਾਣ ਦੇ ਫੈਸਲੇ ਦਾ ਸਿੱਖ ਭਾਈਚਾਰੇ ਨੇ ਸਵਾਗਤ ਕੀਤਾ ਹੈ। ਚਾਉਵਿਨ ਨੇ ਪਿਛਲੇ ਸਾਲ 9 ਮਿੰਟ ਤੋਂ ਵੱਧ ਸਮੇਂ ਲਈ ਫਲਾਇਡ ਦੀ ਗਰਦਨ ਨੂੰ ਆਪਣੇ ਗੋਡੇ ਦੇ ਹੇਠਾਂ ਰੱਖਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਅਮਰੀਕਾ ਵਿੱਚ ਨਸਲੀ ਵਿਤਕਰਿਆਂ ਅਤੇ ਪੁਲਿਸ ਦੀ ਬੇਰਹਿਮੀ ਖਿਲਾਫ ਦੇਸ਼ ਭਰ 'ਚ ਮੁਜ਼ਾਹਰੇ ਹੋਏ ਅਤੇ ਸੰਸਾਰ ਪੱਧਰ ਤੱਕ ਇਸ ਦਾ
ਵਿਰੋਧ ਹੋਇਆ ਸੀ। ਫੈਸਲਿਆਂ ਤੋਂ ਬਾਅਦ ਟਿੱਪਣੀਆਂ ਕਰਦਿਆਂ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਹਿੰਸਾ ਦੀ ਬਜਾਏ ਸ਼ਾਂਤੀ ਨਾਲ ਫਲਾਈਟ ਦੀ ਮੌਤ ਅਤੇ ਇਸ ਫੈਸਲੇ ਦਾ ਪ੍ਰਤੀਕਰਮ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ, ਇਹ ਮੇਰੀ ਉਮੀਦ ਅਤੇ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਇਸ ਦੇਸ਼ ਵਿੱਚ ਸਹੀ ਅਰਥਾਂ ਵਿੱਚ ਨਸਲੀ ਬਦਲਾਅ ਲਿਆ ਸਕੀਏ। ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਚੇਅਰਮੈਨ ਡਾਕਟਰ ਰਜਵੰਤ ਸਿੰਘ ਨੇ ਕਿਹਾ, ਆਖਰਕਾਰ ਜਿਊਰੀ ਦਾ ਸਹੀ ਫੈਸਲਾ ਆਇਆ ਅਤੇ ਇਸ ਗੱਲ ਦਾ ਭਰੋਸਾ ਹੋਇਆ ਹੈ ਕਿ ਇਸ ਦੇਸ਼ ਵਿੱਚ ਨਿਆਂ ਪ੍ਰਬਲ ਹੈ। ਇਹ ਕੇਸ ਯਾਦ ਕਰਵਾਉਂਦਾ ਰਹੇਗਾ ਕਿ ਕਾਲਿਆਂ ਦਾ ਨਾਜਾਇਜ਼ ਕਤਲੇਆਮ ਪੁਲਿਸ ਹੱਥੋਂ ਨਹੀਂ ਬਰਦਾਸ਼ਤ ਕੀਤਾ ਜਾਵੇਗਾ। ਉਹਨਾਂ ਨੇ ਅੱਗੇ ਕਿਹਾ, ਸਿੱਖ ਜਾਰਜ ਫਲਾਇਡ ਦੇ ਪਰਿਵਾਰ ਲਈ ਅਰਦਾਸ ਕਰ ਰਹੇ ਹਨ। ਇਸ ਪਰਿਵਾਰ ਅਤੇ ਇਸ ਦੇਸ਼ ਵਿਚਾਲੇ ਸਾਰੇ ਹੀ ਕਾਲੇ ਮੂਲ ਦੇ ਲੋਕਾਂ ਲਈ ਇਹ ਮੌਤ ਇੱਕ ਦੁਖਦਾਈ ਗੱਲ ਹੈ। ਡਾਕਟਰ ਰਜਵੰਤ ਸਿੰਘ ਨੇ ਅੱਗੇ ਕਿਹਾ, ਅਸੀਂ ਗੈਰ ਜ਼ਿੰਮੇਵਾਰ ਸੁਰੱਖਿਆ ਅਫਸਰਾਂ ਦੁਆਰਾ ਨਾਜਾਇਜ਼ ਕਤਲਾਨਾ ਕਾਰਵਾਈਆਂ ਨੂੰ ਰੋਕਣ ਲਈ ਸਾਰਥਕ ਪੁਲਿਸ ਸੁਧਾਰਾਂ ਲਈ ਰਾਸ਼ਟਰਪਤੀ ਜੋ ਬਾਈਡਨ ਦੇ ਯਤਨਾਂ ਦਾ ਪੂਰਾ ਸਮਰਥਨ ਕਰਦੇ ਹਾਂ। ਇਹ ਫੈਸਲਾ ਸਿਰਫ ਪਹਿਲਾ ਕਦਮ ਹੈ ਅਤੇ ਸਾਨੂੰ ਆਪਣੀਆਂ ਸੰਸਥਾਵਾਂ ਵਿੱਚ ਪ੍ਰਚਲਿਤ ਨਸਲਵਾਦ ਨੂੰ ਠੀਕ ਕਰਨ ਲਈ ਸਖਤ ਜ਼ੋਰ ਦੇਣਾ ਚਾਹੀਦਾ ਹੈ। ਕਾਲੇ ਲੋਕ ਬੇਹਿਸਾਬ ਤਰੀਕੇ ਨਾਲ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਰਹਿੰਦੇ ਨੇ। ਸਾਡੀ ਅਰਦਾਸ ਹੈ ਕਿ ਅਸੀਂ ਸਾਰੇ ਇੱਕ ਸੁਰੱਖਿਅਤ ਸਮਾਜ ਦੀ ਤਰਫ ਕੰਮ ਕਰੀਏ ਜਿੱਥੇ ਸਮਾਜਿਕ ਆਰਥਿਕਤਾ, ਨਸਲ, ਧਰਮ ਜਾਂ ਲਿੰਗ ਦੇ ਆਧਾਰ ਤੇ ਨਿਆਂ ਨੂੰ ਲਾਗੂ ਕੀਤਾ ਜਾਵੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਅਮਰੀਕਾ ਤੇ ਨਿਸ਼ਾਨਾ ਬੰਨ੍ਹਦੇ ਹੋਏ ਕਿਹਾ ਕਿ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਦਬਦਬਾ ਬਣਾਉਣ ਅਤੇ ਦਖਲ ਅੰਦਾਜ਼ੀ ਕਰਨਾ ਸਹੀ ਨਹੀਂ ਹੈ। ਤਾਈਵਾਨ ਅਤੇ ਹਾਂਗਕਾਂਗ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਨੂੰ ਲੈ ਕੇ ਅਮਰੀਕਾ ਅਤੇ ਸਹਿਯੋਗੀ ਦੇਸ਼ ਚੀਨ ਤੇ ਦਬਾਅ ਵਧਾ ਰਹੇ ਨੇ। ਸ਼ੀ ਨੇ ਅਮਰੀਕਾ ਦਾ ਸਿੱਧੇ ਤੌਰ ਤੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਦੂਜਿਆਂ ਦੇ ਅੰਦਰੂਨੀ ਮਾਮਲਿਆਂ ਦਾ ਦਬਦਬਾ ਬਣਾਉਣ ਜਾਂ ਦਖਲ ਅੰਦਾਜ਼ੀ ਕਰਨ ਦਾ ਕੋਈ ਸਮਰਥਨ ਨਹੀਂ ਕਰੇਗਾ। ਸਾਨੂੰ ਸ਼ਾਂਤੀ, ਵਿਕਾਸ, ਸਮਾਨਤਾ, ਨਿਆਂ, ਲੋਕਤੰਤਰ ਅਤੇ ਸੁਤੰਤਰਤਾ ਦੀ ਵਕਾਲਤ ਕਰਨੀ ਚਾਹੀਦੀ ਹੈ ਜੋ ਮਨੁੱਖਤਾ ਦਾ ਸਾਂਝਾ ਮੁੱਲ ਹੈ ਅਤੇ ਮਨੁੱਖੀ ਸੱਭਿਅਤਾ ਦੀ ਤਰੱਕੀ ਨੂੰ ਵਧਾਉਣ ਲਈ ਸੱਭਿਅਤਾਵਾਂ ਦਰਮਿਆਨ ਆਪਸੀ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਚੀਨੀ ਰਾਸ਼ਟਰਪਤੀ ਨੇ ਹੈਨਾਨ ਸਥਿਤੀ ਪ੍ਰਭਾਵਸ਼ਾਲੀ ਥਿੰਕ ਟੈਂਕ ਵਾਓ ਫੋਰਮ ਫਾਰ ਏਸ਼ੀਆ 'ਚ ਸਾਲਾਨਾ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦੀ ਦੁਨੀਆ 'ਚ ਸਾਨੂੰ ਨਿਆਂ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਵੱਡੇ ਦੇਸ਼ਾਂ ਨੂੰ ਇਸ ਤਰ੍ਹਾਂ ਦਾ ਰਵੱਈਆ ਕਰਨਾ ਚਾਹੀਦਾ ਹੈ ਜੋ ਉਹਨਾਂ ਦੇ ਕੱਦ ਦੇ ਮੁਤਾਬਕ ਹੋਵੇ ਤੇ ਜਿਸ 'ਚ ਜ਼ਿੰਮੇਵਾਰੀ ਦੀ ਵੱਡੀ ਭਾਵਨਾ ਹੋਵੇ। ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਵਾਲਟਰ ਮੋਂਡੇਲ ਜੋ ਕਿ 1984 ਵਿੱਚ ਰਾਸ਼ਟਰਪਤੀ ਪਦ ਦੇ ਲਈ ਡੈਮੋਕ੍ਰੈਟਿਕ ਉਮੀਦਵਾਰ ਸੀ ਦੀ 93 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਮਿਆਨਾਪੋਲਿਸ 'ਚ ਮੌਤ ਹੋ ਗਈ। ਉਹਨਾਂ ਦੇ ਪਰਿਵਾਰ ਦੁਆਰਾ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਐਤਵਾਰ ਨੂੰ ਵਾਲਟਰ ਨੇ ਰਾਸ਼ਟਰਪਤੀ ਬਾਈਡਨ, ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਅਤੇ ਬਿਲ ਕਲਿੰਟਨ ਦੇ ਨਾਲ ਉਪ ਰਾਸ਼ਟਰਪਤੀ ਹੈਰਿਸ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਸੀ। ਉਹ ਸਾਲ 2018 ਵਿੱਚ ਜਾਰਜ H.W. ਬੁਸ਼ ਦੀ ਮੌਤ ਤੋਂ ਬਾਅਦ ਸਭ ਤੋਂ ਪੁਰਾਣੇ ਜੀਵਿਤ ਉਪ ਰਾਸ਼ਟਰਪਤੀ ਸਨ। ਪਰਿਵਾਰ, ਦੋਸਤਾਂ ਅਤੇ ਵੋਟਰਾਂ ਲਈ ਫ੍ਰਿਟਜ਼ ਵਜੋਂ ਜਾਣੇ ਜਾਂਦੇ ਮੋਂਡੇਲ 1977 ਤੋਂ 1981 ਤੱਕ ਕਾਰਟਰ ਦੇ ਅਧੀਨ ਸੇਵਾ ਕਰਨ ਤੋਂ ਪਹਿਲਾਂ ਮਿਨੇਸੋਟਾ ਦੇ ਅਟਾਰਨੀ ਜਨਰਲ ਅਤੇ ਸੈਨੇਟਰ ਵਿੱਚ ਸਨ। ਮੋਂਡੇਲ ਦੀ ਆਪਣੀ ਵਾਈਟ ਹਾਊਸ ਲਈ ਦੌੜ 1984 ਵਿੱਚ ਪ੍ਰਸਿੱਧ ਰਿਪਬਲਿਕਨ ਰੋਨਾਲਡ ਰੀਗਨ ਤੋਂ ਮਿਲੀ ਹਾਰ ਨਾਲ ਖਤਮ ਹੋਈ ਜਦੋਂ ਉਹਨਾਂ ਨੇ ਖੁੱਲ੍ਹ ਕੇ ਵੋਟਰਾਂ ਨੂੰ ਕਿਹਾ ਸੀ ਕਿ ਜੇ ਉਹ ਜਿੱਤ ਜਾਂਦਾ ਹੈ ਤਾਂ ਟੈਕਸ ਵਧਾਉਣ ਦੀ ਉਮੀਦ ਹੋਵੇਗੀ। ਮਿਨੇਸੋਟਾ ਦੇ ਸਿਲੋਨ ਵਿਖੇ 5 ਜਨਵਰੀ 1928 ਨੂੰ ਇੱਕ ਮੰਤਰੀ ਅਤੇ ਸੰਗੀਤ ਅਧਿਆਪਕਾ ਦੇ ਘਰ ਪੈਦਾ ਹੋਏ। ਵਾਲਟਰ ਫੈਡਰਿਕ ਮੋਂਡੇਲ ਨੇ ਆਪਣੇ ਰਾਜਨੀਤਿਕ ਸਲਾਹਕਾਰ ਹੁਬਰਟ H. ਹੰਫਰੀ ਦੀ 1948 ਵਿੱਚ ਸੈਨੇਟ ਦੀ ਸਫਲਤਾਪੂਰਵਕ ਮੁਹਿੰਮ ਵਿੱਚ ਕੰਮ ਕਰਦਿਆਂ ਆਪਣੀ ਉਮਰ ਦੇ 20ਵਿਆਂ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਫੌਜ ਵਿੱਚ 2 ਸਾਲ ਦੇ ਕਾਰਜਕਾਲ ਤੋਂ ਬਾਅਦ ਮੋਂਡੇਲ ਨੇ 1956 ਵਿੱਚ ਮਿਨੇਸੋਟਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। 1960 ਵਿੱਚ ਉਹ ਅਟਾਰਨੀ ਜਨਰਲ ਚੁਣੇ ਗਏ। ਮੋਂਡੇਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1964 ਵਿੱਚ ਵਾਸ਼ਿੰਗਟਨ ਵਿੱਚ ਕੀਤੀ ਸੀ ਜਦੋਂ ਉਹ ਹੰਫਰੀ ਦੀ ਥਾਂ ਲੈਣ ਲਈ ਸੈਨੇਟ ਵਿੱਚ ਨਿਯੁਕਤ ਹੋਏ ਸਨ। ਬਾਈਡਨ ਪ੍ਰਸ਼ਾਸਨ ਨੇ ਵਾਲਟਰ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ ਹੈ। ਬ੍ਰਿਟੇਨ ਦੀ ਮਹਾਰਾਣੀ ਕੁਈਨ ਐਲਿਜ਼ਾਬੈਥ ਆਪਣਾ 95ਵਾਂ ਜਨਮ ਦਿਨ ਮਨਾ ਰਹੀ ਹੈ। ਹਾਲ ਹੀ ਵਿੱਚ ਕੁਈਨ ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਦਾ ਦੇਹਾਂਤ ਹੋਇਆ ਸੀ। ਅਜਿਹੇ ਵਿੱਚ ਇਸ ਵਾਰ ਕੋਈ ਵੱਡਾ ਜਸ਼ਨ ਨਹੀਂ ਮਨਾਇਆ ਗਿਆ। ਮਤਲਬ ਮਹਾਰਾਣੀ ਇਸ ਵਾਰ ਸਿਰਫ ਪਰਿਵਾਰ ਦੇ ਕਰੀਬੀ ਲੋਕਾਂ ਨਾਲ ਰਹੇ। ਨੌਜਵਾਨ ਉਮਰ ਤੋਂ ਲੈ ਕੇ ਹੁਣ ਤੱਕ ਕੁਈਨ ਐਲਿਜ਼ਾਬੈਥ ਨੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਅਗਵਾਈ ਕੀਤੀ। ਹੁਣ ਕਰੀਬ 7 ਦਹਾਕੇ ਹੋ ਗਏ ਨੇ ਜਦੋਂ ਕੁਈਨ ਐਲਿਜ਼ਾਬੈਥ ਸ਼ਾਹੀ ਪਰਿਵਾਰ ਬ੍ਰਿਟੇਨ ਦੀ ਰਿਆਸਤ ਨੂੰ ਸੰਭਾਲ ਰਹੀ ਹੈ। ਅਜਿਹੇ ਵਿੱਚ ਇੱਕ ਮਹਿਲਾ ਕਿਵੇਂ ਇੰਨੇ ਲੰਬੇ ਸਮੇਂ ਤੱਕ ਸਾਰੀਆਂ ਮੁਸ਼ਕਲਾਂ ਦੇ ਵਿਚਕਾਰ ਵੀ ਬ੍ਰਿਟੇਨ ਤੇ ਰਾਜ ਕਰਦੀ ਰਹੀ।
ਪਾਕਿਸਤਾਨ ਦੇ ਜ਼ਿਲ੍ਹਾ ਸ਼ਕਰਗੜ੍ਹ ਦੀ ਤਹਿਸੀਲ ਨਾਰੋਵਾਲ ਦੇ ਕਸਬਾ ਕਰਤਾਰਪੁਰ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰਤ ਤੋਂ ਗਈ 818 ਸਿੱਖ ਸੰਗਤ ਜੋ 332ਵਾਂ ਵਿਸਾਖੀ ਮੇਲਾ ਮਨਾਉਣ ਲਈ ਪਾਕਿਸਤਾਨ ਆਈ ਸੀ ਨੇ ਬੀਤੇ ਦਿਨੀ ਮੱਥਾ ਟੇਕਿਆ। ਉਹਨਾਂ ਨਾਲ ਦੁਬਈ, ਕੈਨੇਡਾ ਅਤੇ ਅਮਰੀਕਾ ਤੋਂ ਆਈ ਸਿੱਖ ਸੰਗਤ ਵੀ ਸੀ। ਇਹਨਾਂ ਦਾ ਪਾਕਿਸਤਾਨ ਵਕਫ ਬੋਰਡ ਦੇ ਅਹੁਦੇਦਾਰਾਂ ਨੇ ਸਵਾਗਤ ਕੀਤਾ। ਸਰਹੱਦ ਪਾਰ ਸੂਤਰਾਂ ਅਨੁਸਾਰ ਸਿੱਖ ਸੰਗਤ ਇਹਨਾਂ ਧਾਰਮਿਕ ਸਥਾਨਾਂ ਤੋਂ ਇਲਾਵਾ ਬਾਬਾ ਗੁਰੂ ਨਾਨਕ ਦਾ ਖੂਹ, ਮਿਸਲੇ ਸਾਹਿਬ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿੱਚ ਵੀ ਗਏ। ਇਹਨਾਂ ਸੰਗਤਾਂ ਨੂੰ ਪਾਕਿਸਤਾਨ ਵਕਫ ਬੋਰਡ ਵੱਲੋਂ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਗਏ। ਉਹਨਾਂ ਦੇ ਬਾਅਦ ਇਹ ਭਾਰਤੀ ਕਸਬਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਨੋ ਮੈਨ ਲੈਂਡ ਤੱਕ ਬੈਟਰੀ ਨਾਲ ਚੱਲਣ ਵਾਲੇ 3 ਵੀਲਰ ਤੇ ਆਏ ਅਤੇ ਉੱਥੋਂ ਉਹਨਾਂ ਨੇ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸਾਹਿਬ ਲਈ ਮੱਥਾ ਟੇਕਿਆ ਤੇ ਕਰਤਾਰਪੁਰ ਲਾਂਘਾ ਫਿਰ ਜਲਦੀ ਖੋਲ੍ਹੇ ਜਾਣ ਦੀ ਅਰਦਾਸ ਕੀਤੀ। ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਇਹਨਾਂ ਸੰਗਤਾਂ ਦੀ ਸੁਰੱਖਿਆ ਲਈ ਜ਼ੋਰਦਾਰ ਸੁਰੱਖਿਆ ਪ੍ਰਬੰਧ ਕਰਕੇ ਰੱਖੇ ਸਨ। यूके द्वारा ऐलानिया ताज़ा पाबंदियों के मद्देनज़र यूके तो आने वालियां उड़ाणां 24 तो 30 अप्रैल 2021 तक रद्द कर दित्तियां गईयां ने। मुड़ तो तय करना रिफंड अते होर जानकारी दे बारे विच होर अपडेटां नूं जल्दी ही दस्सिया जावेगा। ਭਾਰਤ ਵਿੱਚ ਵੱਧਦੇ ਹੋਏ ਕਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਇਟਲੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ, ਜਿਸ ਵਿੱਚ ਇਟਲੀ ਸਰਕਾਰ ਦੁਆਰਾ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕਰੋਨਾ ਟੈਸਟ ਨੈਗੇਟਿਵ ਰਿਪੋਰਟ ਇਟਲੀ ਪਹੁੰਚਣ ਤੋਂ 48 ਘੰਟੇ ਪਹਿਲਾਂ ਦੀ ਜ਼ਰੂਰੀ ਕੀਤੀ ਗਈ ਹੈ। ਇਟਲੀ ਸਰਕਾਰ ਨੇ 19 ਅਪ੍ਰੈਲ ਤੋਂ 30 ਅਪ੍ਰੈਲ 21 ਤੱਕ ਹੁਣ ਜਿਹੜੇ ਵੀ ਯਾਤਰੀ ਇਟਲੀ ਨੂੰ ਜਾਣ ਲਈ ਰਵਾਨਾ ਹੋਣਗੇ ਉਹਨਾਂ ਨੂੰ ਯਾਤਰਾ ਕਰਨ ਲਈ ਕਰੋਨਾ ਟੈਸਟ ਨੈਗੇਟਿਵ ਰਿਪੋਰਟ ਇਟਲੀ ਪਹੁੰਚਣ ਤੱਕ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਲਈ ਜਿਸ ਕੋਲ ਵੀ ਕਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਨਹੀਂ ਹੋਵੇਗੀ ਉਸ ਯਾਤਰੀ ਨੂੰ ਇਟਲੀ ਨਹੀਂ ਜਾਣ ਦਿੱਤਾ ਜਾਵੇਗਾ। ਜਿਹੜੇ ਯਾਤਰੀ ਭਾਰਤ ਤੋਂ ਇਟਲੀ ਜਾਣ ਲਈ ਸਮੇਂ ਦੀ ਘਾਟ ਜਾਂ ਪੈਸੇ ਦੀ ਬਰਬਾਦੀ ਤੋਂ ਬਚਣ ਲਈ ਕਰੋਨਾ ਟੈਸਟ ਰਿਪੋਰਟ ਨਹੀਂ ਕਰਵਾਉਂਦੇ ਉਹਨਾਂ ਦੀ ਇਟਲੀ ਲਈ ਯਾਤਰਾ ਰੱਦ ਹੋ ਸਕਦੀ ਹੈ। ਦੂਜਾ, ਉਹਨਾਂ ਨੂੰ ਆਰਥਿਕ ਨੁਕਸਾਨ ਚੱਲਣ ਦੇ ਨਾਲ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਦੇ ਸੂਬੇ ਇਲੀਨਾਇਸ ਤੋਂ ਭਾਰਤੀ ਅਮਰੀਕੀ ਕਾਂਗਰਸੀ ਰਾਜਾ ਕ੍ਰਿਸ਼ਨਾ ਮੂਰਥੀ ਨੇ ਸਦਨ ਦੇ ਰਿਕਾਰਡ ਵਿੱਚ ਬਿਆਨ ਦਰਜ ਕਰਵਾਇਆ ਹੈ ਕਿ ਉਹਨਾਂ ਦੇ ਘਰੇਲੂ ਸੂਬੇ ਇਲੀਨਾਇਸ ਅਪ੍ਰੈਲ ਨੂੰ ਸਿੱਖ ਪ੍ਰਸ਼ੰਸਾ ਤੇ ਜਾਗਰੂਕ ਮਹੀਨੇ ਵਜੋਂ ਮਾਨਤਾ ਪ੍ਰਾਪਤ ਹੈ। ਇਸ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਕ੍ਰਿਸ਼ਨਾ ਮੂਰਥੀ ਨੇ ਕਿਹਾ ਕਿ ਸਿੱਖ ਅਮਰੀਕੀਆਂ ਖਿਲਾਫ ਘਿਰਨਾਤਮਕ ਅਪਰਾਧ ਤੇ ਹਿੰਸਾਤਮਕ ਕਾਰਵਾਈਆਂ ਵਿੱਚ ਵਾਧਾ ਪਰੇਸ਼ਾਨ ਕਰਨ ਵਾਲਾ ਹੈ। ਭਾਰਤੀ ਅਮਰੀਕੀ ਕਾਂਗਰਸੀ ਰਾਜਾ ਕ੍ਰਿਸ਼ਨਾ ਮੂਰਥੀ 15 ਅਪ੍ਰੈਲ ਨੂੰ ਇੰਡੀਅਨ ਐਪਲਸ ਵਿੱਚ ਗੋਰੇ ਵੱਲੋਂ ਕੀਤੇ ਗਏ ਨਸਲੀ ਹਮਲੇ ਵਿੱਚ 4 ਸਿੱਖ ਮਾਰੇ ਗਏ ਸਨ, ਜਿਨ੍ਹਾਂ ਵਿੱਚ 3 ਔਰਤਾਂ ਸਨ ਦੇ ਸੰਦਰਭ ਵਿੱਚ ਕਹਿ ਰਹੇ ਸਨ। ਵਿਸ਼ਵ ਪ੍ਰਸਿੱਧ ਵਿਰਾਸਤ-ਏ ਖਾਲਸਾ ਨੂੰ 30 ਅਪ੍ਰੈਲ ਤੱਕ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਬਾਰ, ਜਿਮ, ਸਕੂਲ, ਰੈਸਟੋਰੈਂਟ ਆਦਿ 30 ਅਪ੍ਰੈਲ ਤੱਕ ਬੰਦ ਕੀਤੇ ਗਏ ਹਨ, ਉੱਥੇ ਹੀ ਵਿਰਾਸਤ-ਏ ਖਾਲਸਾ ਦੇ ਵੀ 30 ਅਪ੍ਰੈਲ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਬਾਈਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਦਵਾਈ ਸੰਬੰਧੀ ਜ਼ਰੂਰਤਾਂ ਨੂੰ ਸਮਝਦਾ ਹੈ। ਉਸਨੇ ਕਰੋਨਾ ਵੈਕਸੀਨ ਦੇ ਨਿਰਮਾਣ 'ਚ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਦੇ ਮਾਮਲੇ ਤੇ ਬਣਦਾ ਧਿਆਨ ਦੇਣ ਦਾ ਭਰੋਸਾ ਦਿੱਤਾ ਹੈ। ਬਾਈਡਨ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕਾ 'ਚ ਇੱਕ ਕਾਨੂੰਨ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਘਰੇਲੂ ਮੰਗ ਨੂੰ ਤਰਜੀਹ ਦੇਣੀ ਪੈਂਦੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਜੰਗ ਸਮੇਂ ਰੱਖਿਆ ਉਤਪਾਦਨ ਕਾਨੂੰਨ ਲਾਗੂ ਕੀਤਾ ਹੋਇਆ ਹੈ। ਇਸ ਤਹਿਤ ਅਮਰੀਕੀ ਕੰਪਨੀਆਂ ਨੂੰ ਕਰੋਨਾ ਵੈਕਸੀਨ ਤੇ PPE ਉਤਪਾਦਨ 'ਚ ਘਰੇਲੂ ਮੰਗ ਨੂੰ ਤਰਜੀਹ ਦੇਣੀ ਪੈਂਦੀ ਹੈ। ਦੱਸਣਯੋਗ ਹੈ ਕਿ ਅਮਰੀਕਾ ਖੁਦ ਕਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਅਮਰੀਕਾ 'ਚ 4 ਜੁਲਾਈ ਤੱਕ ਪੂਰੀ ਆਬਾਦੀ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇੱਥੇ ਮੁੱਖ ਤੌਰ ਤੇ ਮੋਡਰਨਾ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਇਸ ਲਈ ਅਮਰੀਕੀ ਕੰਪਨੀਆਂ ਦੇ ਸਾਹਮਣੇ ਵੈਕਸੀਨ ਦੇ ਨਿਰਮਾਣ 'ਚ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਸਿਰਫ ਘਰੇਲੂ ਉਤਪਾਦਕ ਨੂੰ ਹੀ ਕਰਨ ਦਾ ਦਬਾਅ ਹੈ। ਭਰੋਸੇਮੰਦ ਸੂਤਰਾਂ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਸੰਦੇਸ਼ ਭਿਜਵਾਇਆ ਹੈ ਕਿ ਉਹ ਉਸ ਦੀਆਂ ਲੋੜਾਂ ਨੂੰ ਸਮਝਦਾ ਹੈ। ਅਮਰੀਕੀ ਅਧਿਕਾਰੀ ਮੰਨਦੇ ਹਨ ਕਿ ਭਾਰਤ ਅਮਰੀਕਾ ਵਿਚਾਲੇ ਸਿਹਤ ਸਹਿਯੋਗ ਦਾ ਘੇਰਾ ਵਿਆਪਕ ਹੈ। ਸਮਝਿਆ ਜਾਂਦਾ ਹੈ ਕਿ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਅਧਿਕਾਰੀ ਵੀ ਸੰਬੰਧਿਤ ਭਾਰਤੀ ਅਧਿਕਾਰੀਆਂ ਨਾਲ ਸੰਪਰਕ 'ਚ ਨੇ। ਦੁਨੀਆ 'ਚ ਕਰੋਨਾ ਮਹਾਮਾਰੀ ਮੁੜ ਗਹਿਰਾਉਂਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਬੀਤੇ 7 ਦਿਨਾਂ ਦੌਰਾਨ ਦੁਨੀਆ ਭਰ ਵਿੱਚ 52 ਲੱਖ ਤੋਂ ਜ਼ਿਆਦਾ ਨਵੇਂ ਕਰੋਨਾ ਰੋਗੀ ਵੱਧ ਗਏ ਨੇ। ਨਵੇਂ ਮਾਮਲਿਆਂ 'ਚ ਲਗਾਤਾਰ 8ਵੇਂ ਹਫ਼ਤੇ ਵਾਧਾ ਦਰਜ ਕੀਤਾ ਗਿਆ, ਜਦਕਿ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ 5ਵੇਂ ਹਫ਼ਤੇ ਵਾਧਾ ਦੇਖਿਆ ਗਿਆ ਹੈ। WHO ਦੇ ਡਾਟਾ ਅਨੁਸਾਰ ਮੰਗਲਵਾਰ ਸਵੇਰੇ ਇਨਫੈਕਟਡ ਲੋਕਾਂ ਦਾ ਆਲਮੀ ਅੰਕੜਾ 14 ਕਰੋੜ 18 ਲੱਖ 13,257 ਦਰਜ ਕੀਤਾ ਗਿਆ, ਜਦਕਿ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 30,27,353 ਹੋ ਗਈ। ਦੁਨੀਆ ਵਿੱਚ ਕਰੋਨਾ ਮਹਾਮਾਰੀ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਕੱਲੇ ਇਸ ਦੇਸ਼ ਵਿੱਚ ਹੀ
5,80,000 ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ, ਜਦਕਿ 3,20,00,000 ਤੋਂ ਜ਼ਿਆਦਾ ਇਨਫੈਕਟਡ ਪਾਏ ਗਏ ਹਨ। ਅਮਰੀਕਾ ਤੋਂ ਬਾਅਦ ਭਾਰਤ ਅਤੇ ਬ੍ਰਾਜ਼ੀਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। WHO ਦੇ ਪ੍ਰਮੁੱਖ ਟੈਡਰੋਸ ਅਧਨੋਮ ਗੇਬ੍ਰੇਸਸ ਨੇ ਕਿਹਾ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਲਗਾਤਾਰ 5ਵੇਂ ਹਫ਼ਤੇ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਮ੍ਰਿਤਕਾਂ ਦਾ ਅੰਕੜਾ 30 ਲੱਖ ਦੇ ਪਾਰ ਪਹੁੰਚ ਗਿਆ। 25 ਤੋਂ 59 ਸਾਲ ਦੀ ਉਮਰ ਵਾਲੇ ਲੋਕਾਂ 'ਚ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਖਤਰੇ ਦੀ ਘੰਟੀ ਹੈ। ਇਹ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਜ਼ਿਆਦਾ ਖਤਰਨਾਕ ਹੋਣ ਦਾ ਨਤੀਜਾ ਹੋ ਸਕਦਾ ਹੈ। ਦੁਨੀਆ ਭਰ ਵਿੱਚ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਰੂਸ ਅਤੇ ਅਮਰੀਕਾ ਵਿਚਕਾਰ ਜਾਰੀ ਤਣਾਅ ਦੇ ਚਲਦਿਆਂ ਮਾਸਕੋ ਵਿੱਚ ਅਮਰੀਕੀ ਰਾਜਦੂਤ ਦੀ ਸਥਾਈ ਵਤਨ ਵਾਪਸੀ ਹੋਵੇਗੀ। ਅਮਰੀਕੀ ਦੂਤਵਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਧਰ ਰੂਸ ਵਿੱਚ ਅਮਰੀਕੀ ਰਾਜਦੂਤ ਜੌਨ ਸੁਲਵਨ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਦੀ ਛੁੱਟੀ ਲੈ ਕੇ ਘਰ ਵਾਪਸੀ ਕਰਨਗੇ ਤੇ ਕੁਝ ਹਫ਼ਤਿਆਂ ਵਿੱਚ ਦੁਬਾਰਾ ਰੂਸ ਜਾਣਗੇ। ਰੂਸੀ ਸੰਸਦ ਕ੍ਰੈਮਲਿਨ ਨੇ ਜ਼ੋਰ ਦਿੱਤਾ ਹੈ ਕਿ ਉਹ ਰਾਜਦੂਤ ਜੌਨ ਸੁਲਵਨ ਨੂੰ ਮਸ਼ਵਰੇ ਲਈ ਦੇਸ਼ ਛੱਡਣ ਦਾ ਹੁਕਮ ਨਹੀਂ ਦੇ ਸਕਦੀ, ਸਗੋਂ ਉਹ ਸਿਰਫ ਇਹ ਸਿਫਾਰਿਸ਼ ਕਰ ਸਕਦੀ ਹੈ ਕਿ ਮੌਜੂਦਾ ਤਣਾਅ ਵਿਚਕਾਰ ਉਹ ਜੋ ਚਾਹੁੰਦੇ ਹਨ ਉਹ ਕਰ ਸਕਦੇ ਹਨ। ਸੁਲਵਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਸ ਹਫ਼ਤੇ ਅਮਰੀਕਾ ਪਰਤ ਕੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਦੇ ਮੈਂਬਰਾਂ ਨਾਲ ਰੂਸੀ ਅਮਰੀਕੀ ਸੰਬੰਧਾਂ ਤੇ ਚਰਚਾ ਕਰਨਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਡੀਆ ਸਿਟੀ 20 ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।